ਮੇਰਾ ਦਿਓਰ ਅੰਨਾ ਸੀ, ਪਰ ਪਤੀ ਦਾ ਚਹੇਤਾ ਭਾਈ ਹੋਣ ਦੀ ਵਜ੍ਹਾ ਨਾਲ ਮੈਂ ਉਸ ਦੇ ਸਾਰੇ ਕੰਮ ਕਰਦੀ। ਕਦੇ ਕੱਪੜੇ ਬਦਲਦੀ, ਕਦੇ ਕੋਲ ਬੈਠ ਕੇ ਉਸ ਦੀਆਂ ਸਾਰੀਆਂ ਗੱਲਾਂ ਸੁਣਦੀ। ਭਾਬੀ ਭਾਬੀ ਕਹਿ ਕੇ ਉਹ ਮੇਰੇ ਹੋਰ ਕਰੀਬ ਹੋ ਜਾਂਦਾ। ਪਰ ਇੱਕ ਰਾਤ ਜਦ ਉਸ ਦੇ ਕੱਪੜੇ ਬਦਲਣ ਗਈ ਤਾਂ ਮੇਰੇ ਹੋਸ਼ ਉੱਡ ਗਏ। ਜਦ ਉਸ ਰਾਤ ਦਿਓਰ ਮੈਂ ਵਿਆਹ ਕੇ ਜਦੋਂ ਸਸੁਰਾਲ ਆਈ ਤਾਂ ਰਿਸ਼ਤੇਦਾਰ ਔਰਤਾਂ ਨੇ ਮੈਨੂੰ ਬੈੱਡ 'ਤੇ ਬਿਠਾ ਦਿੱਤਾ। ਸਾਹਮਣੇ ਮੰਜੇ 'ਤੇ ਮੇਰਾ ਛੋਟਾ ਦਿਓਰ ਬੈਠਾ ਮੈਨੂੰ ਦੇਖ ਰਿਹਾ ਸੀ ਤੇ ਮੁਸਕਰਾ ਵੀ ਰਿਹਾ ਸੀ। ਮੇਰੀ ਸਸਰੀ ਜਿਹੀ ਨਜ਼ਰ ਉਸ 'ਤੇ ਗਈ ਸੀ। ਮੈਨੂੰ ਇਹ ਗੱਲ ਬਹੁਤ ਹੀ ਬੁਰੀ ਲੱਗੀ ਕਿ ਉਹ ਲਗਾਤਾਰ ਮੈਨੂੰ ਹੀ ਕਿਉਂ ਦੇਖੇ ਜਾ ਰਿਹਾ ਸੀ। ਇਸ ਵਕਤ ਉਹ 18 ਸਾਲ ਦਾ ਸੀ। ਬਹੁਤ ਹੀ ਚੰਗਾ ਪਿਆਰਾ ਜਿਹਾ ਮੁੰਡਾ ਸੀ। ਔਰਤਾਂ ਮੇਰੇ ਕੋਲ ਆਉਂਦੀਆਂ ਰਹੀਆਂ ਤੇ ਮੈਨੂੰ ਮਠਿਆਈ ਖਿਲਾਉਂਦੀਆਂ ਰਹੀਆਂ, ਪਰ ਮੇਰਾ ਦਿਓਰ ਨਾ ਤਾਂ ਉੱਠ ਕੇ ਮੇਰੇ ਕੋਲ ਆਇਆ ਤੇ ਨਾ ਹੀ ਉਸਨੇ ਮੇਰੇ ਨਾਲ ਕੋਈ ਗੱਲ ਕੀਤੀ। ਬਸ ਮੇਰੇ ਵੱਲ ਇੱਕ ਟੁੱਕ ਦੇਖੀ ਜਾ ਰਿਹਾ ਸੀ। 2-4 ਵਾਰ ਮੇਰੀ ਨਜ਼ਰ ਉਸ 'ਤੇ ਗਈ ਤਾਂ ਮੈਂ ਉਸ ਨੂੰ ਖੁਦ ਨੂੰ ਦੇਖਦੇ ਹੀ ਪਾਇਆ। ਮੈਂ ਸੋਚਿਆ ਕਿ ਕਿੰਨਾ ਬੇਸ਼ਰਮ ਲੜਕਾ ਹੈ। ਵੱਡੀ ਭਾਬੀ ਤਾਂ ਮਾਂ ਤੇ ਵੱਡੀ ਭੈਣ ਦੇ ਸਮਾਨ ਹੁੰਦੀ ਹੈ, ਪਰ ਇਸ ਨੂੰ ਭੋਰਾ ਵੀ ਸ਼ਰਮ ਨਹੀਂ ਹੈ। ਉਹ ਕਿਵੇਂ ਸਭ ਦੇ ਸਾਹਮਣੇ ਬਸ ਮੈਨੂੰ ਹੀ ਦੇਖੀ ਜਾ ਰਿਹਾ ਸੀ। ਮੈਂ ਮੱਥੇ 'ਤੇ ਵਾਲ ਪਾ ਕੇ ਉਸ ਨੂੰ ਘੂਰਨ ਲੱਗੀ, ਪਰ ਉਸ 'ਤੇ ਕੋਈ ਫਰਕ ਨਹੀਂ ਪਿਆ। ਪਰ ਉਹ ਦੇਖੀ ਹੀ ਜਾ ਰਿਹਾ ਸੀ ਤੇ ਮੁਸਕਰਾਈ ਜਾ ਰਿਹਾ ਸੀ। ਮੈਨੂੰ ਉਸ 'ਤੇ ਗੁੱਸਾ ਆ ਰਿਹਾ ਸੀ। ਫਿਲਹਾਲ ਰਸਮਾਂ ਖਤਮ ਹੋ ਗਈਆਂ ਤੇ ਮੈਂ ਆਪਣੇ ਕਮਰੇ ਵਿੱਚ ਆ ਗਈ ਸੀ। ਮੇਰਾ ਮੂਡ ਬਹੁਤ ਖਰਾਬ ਹੋ ਚੁੱਕਿਆ ਸੀ। ਮੇਰੇ ਪਤੀ ਪਵਨ ਵੀ ਕਮਰੇ ਵਿੱਚ ਦੇਰ ਨਾਲ ਹੀ ਆਏ ਸਨ। ਮੈਂ ਉਦਾਸ ਬੈਠੀ ਸੀ। ਉਹ ਮੇਰੇ ਕੋਲ ਬੈਠੇ ਤੇ ਮੈਂ ਉਹਨਾਂ ਨੂੰ ਗੁੱਸੇ ਨਾਲ ਦੇਖਿਆ ਸੀ। ਮੈਨੂੰ ਉਦਾਸ ਦੇਖ ਕੇ ਉਹ ਕਹਿਣ ਲੱਗੇ ਕਿ ਕੀ ਹੋਇਆ ਰਮਨ। ਫਿਰ ਉਹ ਸਮਝੇ ਕਿ ਸ਼ਾਇਦ ਉਹ ਕਾਫੀ ਦੇਰ ਨਾਲ ਕਮਰੇ ਵਿੱਚ ਆਏ ਸਨ, ਇਸ ਲਈ ਮੈਂ ਨਾਰਾਜ਼ ਹਾਂ। ਉਹ ਕਹਿਣ ਲੱਗੇ ਕਿ ਮੇਰੇ ਦੋਸਤ ਅੱਜ ਮੇਰਾ ਪਿੱਛਾ ਹੀ ਨਹੀਂ ਛੱਡ ਰਹੇ ਸਨ। ਤੂੰ ਤਾਂ ਜਾਣਦੀ ਐ ਕਿ ਇਸ ਤਰ੍ਹਾਂ ਦੇ ਮੌਕਿਆਂ 'ਤੇ ਦੋਸਤਾਂ ਦੇ ਮਜ਼ਾਕ ਅਸਮਾਨ 'ਤੇ ਹੁੰਦੇ ਹਨ। ਖੈਰ, ਪਵਨ ਦੀ ਤਾਰੀਫ ਸੁਣ ਕੇ ਮੇਰਾ ਮੂਡ ਖੁਸ਼ ਹੋ ਗਿਆ ਸੀ। ਮੈਂ ਆਪਣੇ ਦਿਓਰ ਦੀ ਗੱਲ ਆਪਣੇ ਪਤੀ ਨੂੰ ਨਹੀਂ ਦੱਸੀ ਸੀ ਕਿ ਉਹ ਕੀ ਸੋਚਣਗੇ ਕਿ ਆਉਂਦੇ ਹੀ ਮੇਰੇ ਭਾਈ ਦੇ ਬਾਰੇ ਅਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਪਤੀ ਦਾ ਇੱਕ ਹੀ ਭਰਾ ਸੀ, ਬੰਟੀ। ਮਾਤਾ ਪਿਤਾ ਨਹੀਂ ਸਨ। ਘਰ ਵਿੱਚ ਮੈਂ, ਮੇਰਾ ਪਤੀ ਤੇ ਮੇਰਾ ਦਿਓਰ ਹੀ ਸੀ। ਸਵੇਰੇ ਜਦ ਮੇਰੀ ਅੱਖ ਖੁੱਲੀ ਤਾਂ ਪਵਨ ਕਹਿਣ ਲੱਗੇ ਕਿ ਅੱਜ ਦਾ ਨਾਸ਼ਤਾ ਮੈਂ ਬਾਜ਼ਾਰ ਤੋਂ ਹੀ ਲੈ ਆਉਂਦਾ ਹਾਂ। ਸਾਡੇ ਘਰ ਵਿੱਚ ਕੋਈ ਔਰਤ ਨਹੀਂ ਹੈ, ਇਸ ਲਈ ਅੱਜ ਦੀ ਮਹਿਮਾਨਵਾਜੀ ਤਾਂ ਮੈਂ ਨਿਭਾ ਦਿੱਤੀ ਹੈ, ਪਰ ਕੱਲ੍ਹ ਤੋਂ ਸਭ ਕੁਝ ਤੈਨੂੰ ਹੀ ਸੰਭਾਲਣਾ ਪਵੇਗਾ। ਇਹ ਗੱਲ ਮੈਂ ਪਹਿਲਾਂ ਤੋਂ ਹੀ ਜਾਣਦੀ ਸੀ, ਇਸ ਲਈ ਮੈਂ ਕੋਈ ਇਤਰਾਜ਼ ਨਹੀਂ ਕੀਤਾ। ਜਿਵੇਂ ਹੀ ਮੈਂ ਨਾਸ਼ਤਾ ਕਰਨ ਲਈ ਬਾਹਰ ਆਈ ਤਾਂ ਨਾਸ਼ਤੇ ਦੇ ਟੇਬਲ 'ਤੇ ਮੇਰਾ ਦਿਓਰ ਬੈਠਾ ਸੀ। ਮੈਂ ਵੀ ਨਾਸ਼ਤੇ ਦੀ ਟੇਬਲ 'ਤੇ ਬੈਠ ਗਈ। ਮੇਰੇ ਦਿਓਰ ਨੇ ਮੇਰੇ ਨਾਲ ਗੱਲ ਕੀਤੀ ਤੇ ਮੁਸਕਰਾਉਣ ਲੱਗਿਆ। ਜਦ ਪਵਨ ਨਾਸ਼ਤਾ ਲੈ ਕੇ ਆਏ ਤਾਂ ਉਹ ਮੇਰੇ ਕੋਲ ਬੈਠਣ ਦੀ ਬਜਾਏ ਆਪਣੇ ਭਰਾ ਦੇ ਕੋਲ ਬੈਠ ਗਏ। ਉਸ ਦੀ ਪਲੇਟ ਵਿੱਚ ਸਬਜ਼ੀ ਪਾਈ ਤੇ ਉਸ ਨੂੰ ਆਪਣੇ ਹੱਥ ਨਾਲ ਰੋਟੀ ਖਿਲਾਉਣ ਲੱਗੇ। ਇਹ ਦੇਖ ਕੇ ਮੈਨੂੰ ਬਹੁਤ ਹੈਰਾਨੀ ਹੋਈ। ਉਸ ਤੋਂ ਵੱਧ ਤਾਂ ਮੈਂ ਇਸ ਲਈ ਹੈਰਾਨ ਸੀ ਕਿ ਬੰਟੀ ਸਾਹਮਣੇ ਬੈਠਾ ਮੈਨੂੰ ਹੀ ਦੇਖੀ ਜਾ ਰਿਹਾ ਸੀ। ਉਸ ਨੂੰ ਆਪਣੇ ਭਰਾ ਦਾ ਵੀ ਲਿਹਾਜ਼ ਨਹੀਂ ਸੀ। ਹੁਣ ਗੁੱਸਾ ਮੈਨੂੰ ਪਵਨ 'ਤੇ ਆਉਣ ਲੱਗਿਆ ਕਿ ਉਹ ਤਾਂ ਉਸ ਨੂੰ ਰੋਕ ਸਕਦੇ ਸਨ। ਮੈਨੂੰ ਇਹ ਵੀ ਬੜਾ ਅਜੀਬ ਲੱਗ ਰਿਹਾ ਸੀ ਕਿ ਪਵਨ ਉਸ ਨੂੰ ਖਾਣਾ ਖੁਦ ਕਿਉਂ ਖਿਲਾ ਰਹੇ ਸਨ, ਜਦ ਕਿ ਉਹ 18 ਸਾਲ ਦਾ ਸੀ। ਕਿ ਉਹ ਖਾਣਾ ਖੁਦ ਨਹੀਂ ਖਾ ਸਕਦਾ ਸੀ? ਮੈਂ ਕਿਹਾ, ਪਵਨ, ਬੰਟੀ ਖੁਦ ਵੀ ਖਾਣਾ ਖਾ ਸਕਦਾ ਹੈ, ਤੁਸੀਂ ਆਪਣਾ ਨਾਸ਼ਤਾ ਕਰ ਲਓ। ਮੇਰੀ ਗੱਲ ਸੁਣ ਕੇ ਕਹਿਣ ਲੱਗੇ, ਰਮਨ, ਬੰਟੀ ਅੰਨਾ ਹੈ, ਦੇਖ ਨਹੀਂ ਸਕਦਾ। ਇਹ ਸੁਣ ਕੇ ਮੇਰਾ ਮੂੰਹ ਅੱਡਿਆ ਹੀ ਰਹਿ ਗਿਆ। ਮੈਂ ਬੜੀ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ। ਚੰਗਾ ਭਲਾ ਖੂਬਸੂਰਤ ਲੜਕਾ ਹੈ। ਅੱਖਾਂ ਵੀ ਬਹੁਤ ਖੂਬਸੂਰਤ ਬਰਾਊਨ ਕਲਰ ਦੀਆਂ ਹਨ। ਮੈਨੂੰ ਪਤਾ ਨਹੀਂ ਕਿਉਂ ਬੜਾ ਹੀ ਦੁੱਖ ਅਤੇ ਅਫਸੋਸ ਹੋਇਆ ਸੀ। ਉਸ ਦੀਆਂ ਅੱਖਾਂ ਵਿੱਚ ਇਹ ਕਮੀ ਸੀ ਕਿ ਉਹ ਦੇਖ ਨਹੀਂ ਸਕਦਾ ਸੀ ਤੇ ਮੈਂ ਕੱਲ੍ਹ ਦੀ ਪਤਾ ਨਹੀਂ ਉਸ ਨੂੰ ਦਿਲ ਵਿੱਚ ਕੀ ਬੁਰਾ ਭਲਾ ਕਹਿੰਦੀ ਰਹੀ। ਪਵਨ ਦੇ ਚਿਹਰੇ 'ਤੇ ਉਦਾਸੀ ਜਿਹੀ ਸੀ। ਉਹ ਕਹਿਣ ਲੱਗੇ ਕਿ ਬੰਟੀ ਬਚਪਨ ਤੋਂ ਹੀ ਅੰਨਾ ਹੈ। ਇਸ ਦਾ ਬਹੁਤ ਇਲਾਜ ਕਰਵਾਇਆ। ਡਾਕਟਰ ਕਹਿੰਦੇ ਹਨ ਕਿ ਆਪਰੇਸ਼ਨ ਨਾਲ ਵੀ ਕੋਈ ਫਾਇਦਾ ਨਹੀਂ ਹੈ। ਪਵਨ ਕਹਿਣ ਲੱਗੇ ਕਿ ਇਸ ਦੇ ਸਾਰੇ ਕੰਮ ਮੈਂ ਹੀ ਕਰਦਾ ਹਾਂ, ਪਰ ਹੁਣ ਇਹ ਤੇਰੀ ਜ਼ਿੰਮੇਵਾਰੀ ਹੈ। ਤੂੰ ਇਸ ਨੂੰ ਆਪਣਾ ਛੋਟਾ ਭਰਾ ਸਮਝ ਕੇ ਇਸ ਦੇ ਸਾਰੇ ਕੰਮ ਕਰਿਆ ਕਰੀਂ। ਮੈਂ ਕਿਹਾ, ਠੀਕ ਹੈ। ਮੈਂ ਕਿਹਾ, ਮੈਨੂੰ ਬਹੁਤ ਅਫਸੋਸ ਹੋਇਆ ਇਹ ਸੁਣ ਕੇ ਕਿ ਬੰਟੀ ਅੰਨਾ ਹੈ, ਇਹ ਦੇਖ ਨਹੀਂ ਸਕਦਾ, ਜਦ ਕਿ ਬੰਟੀ ਦੇਖਣ ਵਿੱਚ ਕਿੰਨਾ ਸੋਹਣਾ ਤੇ ਖੂਬਸੂਰਤ ਲੱਗਦਾ ਹੈ। ਕਾਸ਼ ਇਹ ਦੇਖ ਵੀ ਸਕਦਾ ਤਾਂ ਕਿੰਨਾ ਚੰਗਾ ਹੁੰਦਾ। ਮੇਰੀ ਗੱਲ ਸੁਣ ਕੇ ਬੰਟੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਬੰਟੀ ਕਹਿਣ ਲੱਗਿਆ ਕਿ ਭਾਬੀ, ਮੇਰੀ ਬਹੁਤ ਖੁਆਇਸ਼ ਸੀ ਕਿ ਮੈਂ ਤੁਹਾਨੂੰ ਦੇਖਾਂ।
ਪਰ ਮੇਰੀ ਬਦਕਿਸਮਤੀ ਦੇਖੋ ਕਿ ਮੇਰੀ ਇੱਕ ਹੀ ਭਾਬੀ ਹੈ ਤੇ ਮੈਂ ਉਸ ਨੂੰ ਦੇਖ ਵੀ ਨਹੀਂ ਸਕਦਾ। ਕੁਝ ਦੇਰ ਪਹਿਲਾਂ ਮੇਰੇ ਦਿਲ ਵਿੱਚ ਬੰਟੀ ਲਈ ਜਿਹੜੇ ਨਫ਼ਰਤ ਦੇ ਜਜ਼ਬਾਤ ਸਨ, ਉਹ ਹੁਣ ਹਮਦਰਦੀ ਵਿੱਚ ਬਦਲ ਚੁੱਕੇ ਸਨ। ਪਰ ਮੇਰੇ ਹੋਸ਼ ਉਸ ਵਕਤ ਉੜੇ ਜਦੋਂ ਪਵਨ ਨੇ ਆਪਣੀ ਡਿਊਟੀ ਜੁਆਇਨ ਕੀਤੀ। ਜਦ ਉਹ ਆਪਣੇ ਕੰਮ 'ਤੇ ਜਾਣ ਲੱਗੇ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਬੰਟੀ ਦੇ ਸਾਰੇ ਕੰਮ ਤੈਨੂੰ ਹੀ ਕਰਨੇ ਪੈਣਗੇ। ਤੂੰ ਉਸਨੂੰ ਆਪਣੇ ਹੱਥਾਂ ਨਾਲ ਖਾਣਾ ਵੀ ਖਿਲਾ ਦਈਂ ਤੇ ਉਸਦੇ ਕੱਪੜੇ ਵੀ ਬਦਲਵਾ ਦਈਂ। ਖਾਣੇ ਦਾ ਤਾਂ ਸੁਣ ਕੇ ਠੀਕ ਸੀ, ਪਰ ਕੱਪੜੇ ਦਾ ਸੁਣ ਕੇ ਮੇਰੇ ਦਿਮਾਗ ਥੋੜ੍ਹਾ ਜਿਹਾ ਚਕਰਾਇਆ ਸੀ। ਮੈਂ ਕਿਹਾ, ਪਵਨ, ਇਹ ਗਲਤ ਗੱਲ ਹੈ, ਇਹ ਸਹੀ ਗੱਲ ਨਹੀਂ ਹੈ। ਮੈਂ ਕਿਸ ਤਰ੍ਹਾਂ ਇਸਦੇ ਕੱਪੜੇ ਬਦਲਵਾ ਸਕਦੀ ਹਾਂ? ਪਵਨ ਕਹਿਣ ਲੱਗੇ ਕਿ ਤੂੰ ਇਸ ਨੂੰ ਆਪਣਾ ਛੋਟਾ ਭਰਾ ਹੀ ਸਮਝ। ਹੁਣ ਮੈਂ ਆਪਣੇ ਆਫਿਸ 'ਤੇ ਕੰਮ ਸੰਭਾਲਾਂ ਜਾਂ ਇਸ ਨੂੰ ਸੰਭਾਲਾਂ, ਤੂੰ ਖੁਦ ਹੀ ਇਸ ਨੂੰ ਮੈਨੇਜ ਕਰ ਲਈਂ। ਇਹ ਕਹਿ ਕੇ ਉਹ ਆਫਿਸ ਚਲੇ ਗਏ। ਮੈਂ ਬਹੁਤ ਪਰੇਸ਼ਾਨ ਸੀ। ਅਜੇ ਮੈਂ ਸੋਚ ਹੀ ਰਹੀ ਸੀ ਕਿ ਕੀ ਕਰਾਂ ਜਾਂ ਕੀ ਨਾ ਕਰਾਂ, ਜਦ ਮੈਨੂੰ ਬੰਟੀ ਦੇ ਕਮਰੇ ਵਿੱਚੋਂ ਪੁਕਾਰਨ ਦੀ ਆਵਾਜ਼ ਸੁਣੀ। ਉਹ ਭਾਬੀ ਭਾਬੀ ਕਹਿ ਕੇ ਪੁਕਾਰੀ ਜਾ ਰਿਹਾ ਸੀ। ਮੈਂ ਉਸਦੇ ਕਮਰੇ ਵਿੱਚ ਗਈ ਤਾਂ ਉਹ ਪੈਂਟ ਤੇ ਬਨਿਆਨ ਪਾਈ ਖੜਾ ਸੀ। ਕਹਿਣ ਲੱਗਿਆ, ਭਾਬੀ, ਇਹ ਸ਼ਰਟ ਮੈਨੂੰ ਫੜਾ ਦਿਓ। ਪਤਾ ਨਹੀਂ ਵੀਰ ਨੇ ਕਿੱਥੇ ਰੱਖ ਦਿੱਤੀ ਹੈ। ਪੂਰੇ ਬੈੱਡ 'ਤੇ ਹੱਥ ਮਾਰ ਮਾਰ ਕੇ ਦੇਖ ਚੁੱਕਾ ਹਾਂ, ਪਰ ਸਮਝ ਨਹੀਂ ਆ ਰਿਹਾ ਕਿ ਕਿੱਥੇ ਹੈ। ਉਸਦੀ ਸ਼ਰਟ ਬੈੱਡ ਦੇ ਕਿਨਾਰੇ ਨਾਲ ਲਟਕ ਰਹੀ ਸੀ। ਮੈਂ ਉਸਨੂੰ ਸ਼ਰਟ ਫੜਾ ਦਿੱਤੀ। ਉਸਨੇ ਸ਼ਰਟ ਪਹਿਨ ਤਾਂ ਲਈ, ਪਰ ਬਟਨ ਟੇਢੇ ਮੇਢੇ ਲਗਾ ਰਿਹਾ ਸੀ। ਮਜਬੂਰਨ ਮੈਨੂੰ ਹੀ ਅੱਗੇ ਵਧਣਾ ਪਿਆ। ਮੈਂ ਕਿਹਾ, ਤੂੰ ਛੱਡ, ਮੈਂ ਹੀ ਬਟਨ ਬੰਦ ਕਰ ਦਿੰਦੀ ਹਾਂ। ਮੈਂ ਉਸਦੇ ਬਟਨ ਬੰਦ ਕਰ ਦਿੱਤੇ ਤਾਂ ਉਹ ਬਹੁਤ ਖੁਸ਼ ਹੋ ਗਿਆ। ਉਹ ਕਹਿਣ ਲੱਗਿਆ ਕਿ ਮੇਰੇ ਵਾਲ ਵੀ ਬਣਾ ਦਿਓ ਭਾਬੀ। ਮੈਂ ਕੰਘਾ ਲੈ ਕੇ ਉਸਦੇ ਵਾਲ ਵੀ ਬਣਾ ਦਿੱਤੇ। ਫਿਰ ਉਹ ਕਹਿਣ ਲੱਗਿਆ ਕਿ ਮੈਨੂੰ ਆਪਣਾ ਹੱਥ ਫੜਾਓ। ਮੈਂ ਕਿਹਾ, ਕਿਉਂ? ਤਾਂ ਉਸਨੇ ਕਿਹਾ, ਫੜਾਓ ਤਾਂ ਸਹੀ। ਮੈਂ ਡਰਦੇ ਡਰਦੇ ਉਸਨੂੰ ਆਪਣਾ ਹੱਥ ਫੜਾਇਆ ਸੀ। ਮੈਂ ਸੋਚ ਰਹੀ ਸੀ ਕਿ ਉਹ ਕਿਉਂ ਮੇਰਾ ਹੱਥ ਫੜਨਾ ਚਾਹੁੰਦਾ ਹੈ। ਉਸਨੇ ਮੇਰੇ ਹੱਥ ਨੂੰ ਆਪਣੇ ਦੋਨਾਂ ਹੱਥਾਂ ਵਿੱਚ ਲਿਆ ਸੀ ਤੇ ਕਹਿਣ ਲੱਗਿਆ ਕਿ ਭਾਬੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਕਹਿ ਕੇ ਉਸਨੇ ਮੇਰਾ ਹੱਥ ਛੱਡ ਦਿੱਤਾ। ਉਹ ਕਹਿਣ ਲੱਗਿਆ ਕਿ ਭਾਬੀ, ਮੈਂ ਤੁਹਾਨੂੰ ਦੇਖ ਤਾਂ ਨਹੀਂ ਸਕਦਾ, ਪਰ ਤੁਹਾਨੂੰ ਮਹਿਸੂਸ ਤਾਂ ਕਰ ਸਕਦਾ ਹਾਂ। ਇਸ ਲਈ ਤੁਹਾਡਾ ਹੱਥ ਫੜ ਕੇ ਮਹਿਸੂਸ ਕਰਨਾ ਚਾਹੁੰਦਾ ਸੀ ਕਿ ਭਾਬੀ ਕਿਹੋ ਜਿਹੀ ਹੁੰਦੀ ਹੈ। ਮੈਨੂੰ ਤਾਂ ਮੇਰੀ ਮਾਂ ਦਾ ਪਿਆਰ ਵੀ ਨਹੀਂ ਮਿਲਿਆ। ਮੈਂ ਬਹੁਤ ਛੋਟਾ ਸੀ ਜਦੋਂ ਮੇਰੀ ਮਾਂ ਇਸ ਦੁਨੀਆ ਤੋਂ ਚਲੇ ਗਈ ਸੀ। 3 ਸਾਲ ਪਹਿਲਾਂ ਪਿਤਾ ਜੀ ਵੀ ਇਸ ਦੁਨੀਆ ਤੋਂ ਚਲੇ ਗਏ ਸਨ। ਜਦ ਤੱਕ ਪਿਤਾ ਜੀ ਸਨ ਤਾਂ ਉਹੀ ਮੈਨੂੰ ਸੰਭਾਲਦੇ ਸਨ, ਪਰ ਉਹਨਾਂ ਦੇ ਜਾਣ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਵੀਰ 'ਤੇ ਆ ਗਈ। ਵਿਆਹ ਤੋਂ ਬਾਅਦ ਤੁਸੀਂ ਵੀ ਕੁਝ ਚੰਗੇ ਦਿਨ ਨਹੀਂ ਕੱਟੇ। ਤੁਹਾਡੇ ਮੋਢਿਆਂ 'ਤੇ ਵੀ ਮੇਰਾ ਬੋਝ ਪੈ ਗਿਆ। ਉਹ ਬਹੁਤ ਉਦਾਸ ਹੋ ਕੇ ਸਭ ਗੱਲਾਂ ਕਹਿ ਰਿਹਾ ਸੀ। ਮੈਂ ਕਿਹਾ ਕਿ ਤੂੰ ਕਿਸੇ 'ਤੇ ਵੀ ਬੋਝ ਨਹੀਂ ਹੈ ਤੇ ਮੇਰੇ 'ਤੇ ਤਾਂ ਬਿਲਕੁਲ ਵੀ ਨਹੀਂ। ਮੇਰੀ ਗੱਲ 'ਤੇ ਉਹ ਮੁਸਕਰਾਉਣ ਲੱਗਿਆ ਸੀ ਤੇ ਕਹਿਣ ਲੱਗਿਆ, ਤੁਸੀਂ ਬਹੁਤ ਚੰਗੇ ਹੋ, ਮੇਰਾ ਇੰਨਾ ਖਿਆਲ ਰੱਖਦੇ ਹੋ। ਪਰ ਜਿਵੇਂ ਜਿਵੇਂ ਵਕਤ ਗੁਜ਼ਰਦਾ ਗਿਆ, ਮੇਰਾ ਦਿਓਰ ਬੰਟੀ ਦੀਆਂ ਹਰਕਤਾਂ ਕੁਝ ਅਜੀਬ ਹੋਣ ਲੱਗੀਆਂ। ਉਹ ਹੁਣ ਮੇਰੇ ਨਾਲ ਬਹੁਤ ਖੁੱਲ੍ਹੇ ਮਿਜਾਜ ਦਾ ਹੋ ਗਿਆ ਸੀ। ਉਹ ਮੈਨੂੰ ਖੁਦ ਪੁਕਾਰ ਕੇ ਕਹਿੰਦਾ ਕਿ ਭਾਬੀ, ਮੈਨੂੰ ਸ਼ਰਟ ਪਹਿਨਾ ਦਿਓ, ਮੇਰੇ ਤੋਂ ਬਟਨ ਸਹੀ ਨਾਲ ਬੰਦ ਨਹੀਂ ਹੁੰਦੇ। ਕਦੇ ਕਹਿੰਦਾ ਤੌਲੀਏ ਨਾਲ ਮੇਰੇ ਵਾਲ ਸਾਫ਼ ਕਰ ਦਿਓ। ਇਹ ਕੰਮ ਤਾਂ ਉਹ ਖੁਦ ਵੀ ਕਰ ਸਕਦਾ ਸੀ। ਮੈਨੂੰ ਤਾਂ ਲੱਗਿਆ ਸੀ ਕਿ ਬਸ ਇੱਕ ਦਿਓਰ ਹੈ ਤੇ ਇੱਕ ਪਤੀ, ਮੈਨੂੰ ਤਾਂ ਘਰ ਵਿੱਚ ਕੋਈ ਕੰਮ ਨਹੀਂ ਹੋਵੇਗਾ। ਪਰ ਮੈਂ ਤਾਂ ਇਸ ਬੰਟੀ ਦੀ ਵਜ੍ਹਾ ਨਾਲ ਸਾਰਾ ਦਿਨ ਕੰਮ ਤੋਂ ਵਿਹਲੀ ਨਾ ਹੁੰਦੀ। ਕਦੇ ਰਸੋਈ ਵਿੱਚ ਭਾਂਡੇ ਧੋ ਰਹੀ ਹੁੰਦੀ ਤਾਂ ਭਾਬੀ ਭਾਬੀ ਚਿਲਾਉਣ ਲੱਗਦਾ। ਮੈਂ ਦੌੜੀ ਦੌੜੀ ਉਸਦੇ ਕਮਰੇ ਵਿੱਚ ਜਾਂਦੀ ਤਾਂ ਹੱਸਣ ਲੱਗਦਾ। ਹੱਥ ਵਿੱਚ ਮੋਬਾਈਲ ਫੜਿਆ ਹੁੰਦਾ। ਮੈਨੂੰ ਕਹਿੰਦਾ, ਮੇਰੇ ਕੋਲ ਬੈਠ ਕੇ ਗਾਣਾ ਤਾਂ ਸੁਣ ਲਓ, ਕਿੰਨਾ ਚੰਗਾ ਹੈ। ਉਹ ਦੇਖ ਤਾਂ ਨਹੀਂ ਸਕਦਾ ਸੀ, ਪਰ ਸੁਣ ਸਕਦਾ ਸੀ। ਇਸ ਲਈ ਉਹ ਮੋਬਾਈਲ 'ਤੇ ਗੀਤ ਜਾਂ ਕਹਾਣੀਆਂ ਸੁਣਦਾ ਰਹਿੰਦਾ ਸੀ। ਮੈਂ ਉਸ ਨੂੰ ਕਹਿੰਦੀ ਕਿ ਤੂੰ ਗੀਤ ਸੁਣ ਰਿਹਾ ਹੈ ਤਾਂ ਚੁੱਪਚਾਪ ਬੈਠ ਕੇ ਸੁਣਦਾ ਰਹਿ। ਮੈਂ ਰਸੋਈ ਵਿੱਚ ਭਾਂਡੇ ਮਾਂਜਾਂ, ਖਾਣਾ ਬਣਾਵਾਂ ਜਾਂ ਤੇਰੇ ਕੋਲ ਬੈਠ ਕੇ ਗੀਤ ਸੁਣਦੀ ਰਹਾਂ। ਮੈਂ ਉਸ ਨੂੰ ਬਹੁਤ ਪਿਆਰ ਨਾਲ ਡਾਂਟਿਆ ਸੀ ਤੇ ਉਸ ਨੂੰ ਅਹਿਸਾਸ ਵੀ ਦਿਵਾਇਆ ਸੀ ਕਿ ਮੇਰੇ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗਿਆ ਤੇ ਕਹਿਣ ਲੱਗਿਆ ਕਿ ਤੁਸੀਂ ਮੇਰੇ ਕੋਲ ਬੈਠ ਕੇ ਗਾਣੇ ਸੁਣੋ, ਤੁਹਾਡੀ ਤਬੀਅਤ ਵੀ ਖੁਸ਼ ਹੋ ਜਾਵੇਗੀ। ਕੰਮ ਕੀ ਹੈ, ਛੱਡੋ ਕੰਮ ਨੂੰ, ਕੰਮ ਵੀ ਕਦੇ ਖਤਮ ਹੁੰਦੇ ਹਨ। ਮੈਂ ਉਸਦੇ ਕੋਲ ਬੈਠ ਗਈ ਤੇ ਕਿਹਾ, ਅੱਛਾ ਚੱਲ, ਹੁਣ ਇਹ ਦੱਸ, ਹੁਣ ਤੈਨੂੰ ਭੁੱਖ ਲੱਗੇਗੀ ਤਾਂ ਤੂੰ ਕੀ ਖਾਵੇਂਗਾ? ਉਹ ਹੱਸਦੇ ਹੋਏ ਕਹਿਣ ਲੱਗਿਆ ਕਿ ਤੁਹਾਡਾ ਦਿਮਾਗ ਖਾਵਾਂਗਾ। ਮੈਂ ਉੱਠ ਕੇ ਖੜੀ ਹੋ ਗਈ ਤੇ ਕਿਹਾ ਕਿ ਖਬਰਦਾਰ, ਜੇ ਹੁਣ ਤੂੰ ਮੈਨੂੰ ਹਾਕ ਮਾਰੀ ਤਾਂ ਮੈਨੂੰ ਕੰਮ ਦੇ ਟਾਈਮ ਹੀ ਬੁਲਾਇਆ ਕਰ। ਅਜੇ ਮੈਂ ਖਾਣਾ ਬਣਾਉਣਾ ਹੈ। ਪਵਨ ਮੈਨੂੰ ਖੀਰ ਬਣਾਉਣ ਲਈ ਕਹਿ ਕੇ ਗਏ ਹਨ ਤੇ ਖੀਰ ਤੈਨੂੰ ਵੀ ਤਾਂ ਪਸੰਦ ਹੈ ਨਾ। ਤੈਨੂੰ ਕੀ ਪਤਾ ਖੀਰ ਬਣਾਉਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ। ਉੱਪਰ ਤੋਂ ਇੰਨੀ ਗਰਮੀ ਹੈ ਕਿ ਰਸੋਈ ਵਿੱਚ ਖੜਿਆ ਵੀ ਨਹੀਂ ਜਾਂਦਾ।
ਇਹ ਕਹਿ ਕੇ ਮੈਂ ਬਾਹਰ ਚਲੀ ਗਈ। 3-4 ਘੰਟੇ ਮੈਨੂੰ ਰਸੋਈ ਵਿੱਚ ਕੰਮ ਕਰਨ ਨੂੰ ਲੰਘ ਗਏ ਸਨ। ਮੈਂ ਥੱਕ ਗਈ ਸੀ। ਬਾਹਰ ਆਈ ਤਾਂ ਘਰ ਵੀ ਗੰਦਾ ਪਿਆ ਸੀ। ਫਿਰ ਮੈਂ ਘਰ ਦੀ ਸਫਾਈ ਕੀਤੀ। ਫਿਰ ਮੈਂ ਸੋਚਿਆ ਕਿ ਬੰਟੀ ਦਾ ਕਮਰਾ ਵੀ ਲੱਗੇ ਹੱਥੀਂ ਸਾਫ਼ ਕਰ ਦਿੰਦੀ ਹਾਂ। ਜਦ ਮੈਂ ਕਮਰੇ ਵਿੱਚ ਦਾਖਲ ਹੋਈ ਤਾਂ ਉਹ ਚੀਜ਼ਾਂ ਨੂੰ ਟੋ ਕੇ ਖੁਦ ਹੀ ਆਪਣਾ ਕਮਰਾ ਸਾਫ਼ ਕਰ ਰਿਹਾ ਸੀ। ਉਸ ਦੇ ਹੱਥ ਵਿੱਚ ਇੱਕ ਕੱਪੜਾ ਵੀ ਸੀ ਜਿਸ ਨਾਲ ਉਹ ਫਰਨੀਚਰ ਸਾਫ਼ ਕਰ ਰਿਹਾ ਸੀ। ਇਹ ਦੇਖ ਕੇ ਮੈਂ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ ਕਿ ਇਹ ਤੂੰ ਕੀ ਕਰ ਰਿਹਾ ਏ? ਮੈਂ ਕਰ ਦਵਾਂਗੀ। ਮੈਂ ਉਸ ਦੇ ਹੱਥ ਤੋਂ ਕੱਪੜਾ ਫੜਨ ਲੱਗੀ ਤਾਂ ਉਹ ਕਹਿਣ ਲੱਗਿਆ ਕਿ ਨਹੀਂ, ਮੈਂ ਕਰ ਲਵਾਂਗਾ, ਤੁਸੀਂ ਥੱਕ ਗਏ ਹੋਵੋਗੇ। ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਸਾਰੇ ਕੰਮ ਭਾਈ ਨੇ ਤੁਹਾਡੇ ਸਿਰ 'ਤੇ ਪਾ ਦਿੱਤੇ ਹਨ। ਭਾਬੀ, ਤੁਸੀਂ ਮੈਨੂੰ ਦੱਸ ਦਿਆ ਕਰੋ ਛੋਟੇ-ਮੋਟੇ ਕੰਮ, ਜਿਹੜੇ ਮੈਂ ਕਰ ਸਕਦਾ ਹਾਂ ਮੈਂ ਕਰ ਦਿਆ ਕਰਾਂਗਾ। ਉਹ ਬਹੁਤ ਹੀ ਫਿਕਰਮੰਦੀ ਦੇ ਨਾਲ ਕਹਿ ਰਿਹਾ ਸੀ। ਮੈਂ ਕਿਹਾ ਕਿ ਤੈਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ, ਤੂੰ ਬੈਠਾ ਰਹਿ, ਮੈਂ ਖੁਦ ਹੀ ਕਰ ਲਵਾਂਗੀ। ਮੈਂ ਉਸ ਨੂੰ ਫੜ ਕੇ ਬੈੱਡ 'ਤੇ ਬਿਠਾ ਦਿੱਤਾ ਤੇ ਮੋਬਾਈਲ ਉਸ ਦੇ ਹੱਥ ਵਿੱਚ ਫੜਾ ਦਿੱਤਾ ਤੇ ਕਿਹਾ ਕਿ ਤੂੰ ਬਸ ਵੀਡੀਓ ਸੁਣਿਆ ਕਰ। ਮੈਂ ਇੱਕ ਵੀਡੀਓ ਲਗਾ ਦਿੱਤੀ ਜਿਹੜੀ ਕਿ ਇੱਕ ਚੰਗੀ ਕਹਾਣੀ ਸੀ, ਪਰ ਉਸਨੇ ਫ਼ੋਨ ਦੇ ਨਾਲ-ਨਾਲ ਮੇਰਾ ਹੱਥ ਵੀ ਫੜ ਲਿਆ ਤੇ ਆਪਣੇ ਕੋਲ ਬਿਠਾ ਲਿਆ ਤੇ ਕਹਿਣ ਲੱਗਿਆ, ਤੁਸੀਂ ਇੱਥੇ ਬੈਠੋ, ਬਹੁਤ ਕਰ ਲਿਆ ਕੰਮ, ਹੁਣ ਨਹੀਂ ਕਰੋਗੇ। ਉਸਨੇ ਮੇਰਾ ਹੱਥ ਬੜੀ ਮਜ਼ਬੂਤੀ ਨਾਲ ਫੜਿਆ ਹੋਇਆ ਸੀ। ਮੈਂ ਕਿਹਾ, ਬੰਟੀ, ਮੇਰਾ ਹੱਥ ਛੱਡ, ਇਹ ਕੀ ਹਰਕਤ ਹੈ? ਸ਼ਾਮ ਹੋ ਗਈ ਹੈ, ਮੈਂ ਚਾਹ ਵੀ ਬਣਾਉਣੀ ਹੈ। ਤੂੰ ਦੱਸ, ਚਾਹ ਦੇ ਨਾਲ ਕੀ ਖਾਵੇਂਗਾ? ਤੇਰੇ ਲਈ ਕੀ ਫਰਾਈ ਕਰਾਂ? ਉਹ ਕਹਿਣ ਲੱਗਿਆ ਕਿ ਮੈਂ ਕੁਝ ਨਹੀਂ ਖਾਣਾ, ਤੁਸੀਂ ਰਸੋਈ ਵਿੱਚ ਮੈਨੂੰ ਵੀ ਆਪਣੇ ਨਾਲ ਲੈ ਚੱਲੋ ਤੇ ਮੈਨੂੰ ਦੱਸੋ ਕਿ ਚਾਹ ਕਿਵੇਂ ਬਣਾਉਂਦੇ ਹਨ। ਮੈਂ ਕਿਹਾ ਕਿ ਤੂੰ ਮੇਰੀ ਫਿਕਰ ਨਾ ਕਰਿਆ ਕਰ। ਇਹ ਕਹਿ ਕੇ ਮੈਂ ਉਸ ਤੋਂ ਆਪਣਾ ਹੱਥ ਛੁਡਾਇਆ ਤੇ ਰਸੋਈ ਵਿੱਚ ਆ ਗਈ। ਮੈਂ ਉਸ ਲਈ ਚਾਹ ਬਣਾ ਦਿੱਤੀ ਤੇ ਚਿਪਸ ਤਲ ਦਿੱਤੇ। ਚਿਪਸ ਖਾਂਦੇ ਹੋਏ ਉਹ ਲਗਾਤਾਰ ਮੇਰੀ ਤਾਰੀਫ ਕਰ ਰਿਹਾ ਸੀ। ਫਿਰ ਇੱਕ ਦਿਨ ਉਹ ਹੋਇਆ ਜਿਸ ਨਾਲ ਮੇਰੇ ਹੋਸ਼ ਹੀ ਉੱਡ ਗਏ। ਮੈਨੂੰ ਸਵੇਰ ਤੋਂ ਹੀ ਬੁਖਾਰ ਸੀ। ਪਵਨ ਨੂੰ ਮੇਰੀ ਕੋਈ ਪਰਵਾਹ ਨਹੀਂ ਸੀ। ਬਸ ਬੁਖਾਰ ਦੀ ਦਵਾਈ ਦੇ ਕੇ ਚਲੇ ਗਏ ਤੇ ਜਾਂਦੇ ਹੋਏ ਕਹਿਣ ਲੱਗੇ ਕਿ ਤੂੰ ਬਿਮਾਰ ਨਾ ਹੋਇਆ ਕਰ, ਤੇਰੇ ਬਿਮਾਰ ਪੈਣ ਨਾਲ ਮੇਰਾ ਸਾਰਾ ਘਰ ਉਲਟ-ਪੁਲਟ ਹੋ ਜਾਂਦਾ ਹੈ। ਬੁਖਾਰ ਦੀ ਦਵਾਈ ਲੈ ਲਈ ਤੇ ਖਾਣਾ ਘਰ 'ਤੇ ਹੀ ਬਣਾਈ। ਦੁਪਹਿਰ ਨੂੰ ਵੀ ਉੱਥੇ ਮੈਨੂੰ ਠੰਡਾ ਖਾਣਾ ਖਾਣਾ ਪੈਂਦਾ ਹੈ ਤਾਂ ਘਰ ਆ ਕੇ ਮੈਂ ਬਾਜ਼ਾਰ ਦਾ ਖਾਣਾ ਨਹੀਂ ਖਾ ਸਕਦਾ। ਉਹਨਾਂ ਦੇ ਸਾਹਮਣੇ ਤਾਂ ਮੈਂ ਕਿਹਾ ਕਿ ਚਲੋ ਠੀਕ ਹੈ, ਮੈਂ ਕਰ ਦਵਾਂਗੀ, ਪਰ ਦਵਾਈ ਲੈਣ ਦੇ ਬਾਵਜੂਦ ਵੀ ਮੇਰਾ ਬੁਖਾਰ ਘੱਟ ਨਹੀਂ ਹੋ ਰਿਹਾ ਸੀ। ਮੈਨੂੰ ਗਲੇ ਦੀ ਵੀ ਇਨਫੈਕਸ਼ਨ ਹੋ ਗਈ ਸੀ। ਮੇਰੇ ਗਲੇ ਵਿੱਚ ਵੀ ਬਹੁਤ ਦਰਦ ਹੋ ਰਿਹਾ ਸੀ। ਬੁਖਾਰ ਨਾਲ ਮੈਂ ਬੇਸੁੱਧ ਹੋਈ ਆਪਣੇ ਕਮਰੇ ਵਿੱਚ ਪਈ ਸੀ। ਜਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਤੇ ਸਾਹਮਣੇ ਬੰਟੀ ਖੜਾ ਸੀ। ਮੈਂ ਬਹੁਤ ਹੀ ਮੁਸ਼ਕਲ ਨਾਲ ਅੱਖਾਂ ਖੋਲ੍ਹ ਕੇ ਉਸ ਨੂੰ ਦੇਖਿਆ ਸੀ। ਉਹ ਆਪਣੀ ਸੋਟੀ ਦੀ ਮਦਦ ਨਾਲ ਮੇਰੇ ਕੋਲ ਆਇਆ। ਭਾਬੀ, ਤੁਹਾਨੂੰ ਕੀ ਹੋਇਆ ਹੈ? ਤੁਸੀਂ ਅਜੇ ਤੱਕ ਨਾਸ਼ਤਾ ਵੀ ਨਹੀਂ ਬਣਾਇਆ। ਮੈਨੂੰ ਬਹੁਤ ਭੁੱਖ ਲੱਗੀ ਹੈ। ਮੈਂ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ, ਮੈਨੂੰ ਬੁਖਾਰ ਹੈ। ਇਹ ਸੁਣ ਕੇ ਉਹ ਪਰੇਸ਼ਾਨ ਹੋ ਗਿਆ। ਮੈਂ ਕਿਹਾ, ਮੇਰੇ ਤੋਂ ਤਾਂ ਉੱਠਿਆ ਵੀ ਨਹੀਂ ਜਾ ਰਿਹਾ, ਮੈਂ ਕਿਵੇਂ ਤੇਰਾ ਨਾਸ਼ਤਾ ਬਣਾਵਾਂਗੀ? ਉਹ ਕਹਿਣ ਲੱਗਿਆ ਕਿ ਤੁਸੀਂ ਵੀ ਅਜੇ ਤੱਕ ਨਾਸ਼ਤਾ ਨਹੀਂ ਕੀਤਾ ਹੈ। ਮੈਂ ਕਿਹਾ, ਨਹੀਂ, ਮੇਰੇ ਵਿੱਚ ਹਿੰਮਤ ਹੀ ਨਹੀਂ ਉੱਠਣ ਦੀ, ਮੈਂ ਕਿਵੇਂ ਨਾਸ਼ਤਾ ਬਣਾਉਂਦੀ? ਤੂੰ ਐਵੇਂ ਕਰ ਕਿ ਪਵਨ ਨੂੰ ਫੋਨ ਕਰ ਦੇ ਕਿ ਉਹ ਜਲਦੀ ਘਰ ਆ ਜਾਣ, ਮੇਰੇ ਤੋਂ ਕੁਝ ਵੀ ਨਹੀਂ ਹੋ ਰਿਹਾ। ਬੰਟੀ ਮੇਰੀ ਗੱਲ ਸੁਣ ਕੇ ਕਮਰੇ ਤੋਂ ਬਾਹਰ ਚਲਾ ਗਿਆ। ਕੁਝ ਹੀ ਦੇਰ ਬਾਅਦ ਉਸ ਦੇ ਚੀਖਣ ਤੇ ਚਿਲਾਉਣ ਦੀ ਆਵਾਜ਼ਾਂ ਆਉਣ ਲੱਗੀਆਂ। ਉਸ ਦੀ ਆਵਾਜ਼ ਸੁਣ ਕੇ ਮੈਂ ਇੱਕਦਮ ਬੈੱਡ 'ਤੇ ਉੱਠ ਕੇ ਬੈਠ ਗਈ। ਮੈਂ ਆਪਣੇ ਬੁਖਾਰ ਨੂੰ ਭੁੱਲ ਕੇ ਜਲਦੀ ਨਾਲ ਉੱਠ ਕੇ ਕਮਰੇ ਤੋਂ ਬਾਹਰ ਆਈ। ਮੈਂ ਦੇਖਿਆ ਕਿ ਆਵਾਜ਼ ਰਸੋਈ ਵਿੱਚੋਂ ਆਈ ਹੈ। ਜਦੋਂ ਮੈਂ ਰਸੋਈ ਵਿੱਚ ਜਾ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਮੈਂ ਦੇਖਿਆ ਕਿ ਬੰਟੀ ਦੇ ਕੱਪੜਿਆਂ ਨੂੰ ਅੱਗ ਲੱਗੀ ਹੋਈ ਸੀ। ਮੈਂ ਜਲਦੀ ਨਾਲ ਰੱਸੀ 'ਤੇ ਟੰਗੇ ਤੌਲੀਏ ਨੂੰ ਉਤਾਰ ਕੇ ਉਸ ਦੀ ਸ਼ਰਟ 'ਤੇ ਲੱਗੀ ਅੱਗ ਬੁਝਾਉਣ ਲੱਗੀ। ਇਸ ਵਕਤ ਤੱਕ ਉਸ ਦਾ ਪੇਟ ਤੇ ਬਾਂਹ ਜਲ ਚੁੱਕੀ ਸੀ। ਉਹ ਰੋਈ ਜਾ ਰਿਹਾ ਸੀ, ਚੀਕੀ ਜਾ ਰਿਹਾ ਸੀ। ਮੈਂ ਉਸ ਨੂੰ ਕਿਹਾ ਕਿ ਤੂੰ ਕੀ ਕਰਨ ਗਿਆ ਸੀ ਰਸੋਈ ਵਿੱਚ? ਕਹਿਣ ਲੱਗਿਆ ਕਿ ਮੈਂ ਤੁਹਾਡੇ ਲਈ ਚਾਹ ਬਣਾਉਣ ਗਿਆ ਸੀ। ਉਹ ਤੜਫੀ ਜਾ ਰਿਹਾ ਸੀ। ਕਹਿਣ ਲੱਗਿਆ ਕਿ ਮੈਨੂੰ ਕੀ ਪਤਾ ਸੀ ਐਵੇਂ ਅੱਗ ਲੱਗ ਜਾਵੇਗੀ। ਮੈਂ ਜਲਦੀ ਨਾਲ ਪਵਨ ਨੂੰ ਫੋਨ ਕੀਤਾ। ਬੰਟੀ ਬਹੁਤ ਜ਼ਿਆਦਾ ਤੜਫ ਰਿਹਾ ਸੀ। ਉਸ ਤੋਂ ਤਕਲੀਫ ਬਰਦਾਸ਼ਤ ਨਹੀਂ ਹੋ ਰਹੀ ਸੀ। ਪਵਨ ਵੀ ਜਲਦੀ ਨਾਲ ਘਰ ਆ ਗਏ ਸੀ ਤੇ ਫਿਰ ਬੰਟੀ ਨੂੰ ਹਸਪਤਾਲ ਲੈ ਗਏ। ਮੈਂ ਘਰ ਹੀ ਸੀ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿ ਜਦ ਮੈਨੂੰ ਪਵਨ ਦਾ ਫੋਨ ਆਇਆ। ਮੈਂ ਜਲਦੀ ਨਾਲ ਫੋਨ ਚੁੱਕਿਆ ਤੇ ਪੁੱਛਿਆ ਕਿ ਬੰਟੀ ਹੁਣ ਕਿਵੇਂ ਹੈ? ਉਹ ਕਹਿਣ ਲੱਗੇ ਕਿ ਇਸ ਦਾ ਪੇਟ ਤੇ ਬਾਂਹ ਬਹੁਤ ਜ਼ਿਆਦਾ ਜਲ ਗਏ ਹਨ। ਮੈਂ ਤੈਨੂੰ ਕਿਹਾ ਵੀ ਸੀ ਕਿ ਤੂੰ ਇਸ ਦਾ ਖਿਆਲ ਰੱਖਿਆ ਕਰ। ਇਹ ਕਹਿ ਕੇ ਉਹ ਰੋਣ ਲੱਗ ਗਏ। ਉਹ ਕਹਿਣ ਲੱਗੇ ਕਿ ਉਹ ਦਰਦ ਬਰਦਾਸ਼ਤ ਨਹੀਂ ਕਰ ਰਿਹਾ ਹੈ। ਉਹ ਬਹੁਤ ਰੋਈ, ਚੀਖੀ ਚਿਲਾਈ ਜਾ ਰਿਹਾ ਹੈ।
ਉਸ ਦਾ ਦੁੱਖ ਮੇਰੇ ਤੋਂ ਸਹਿਣ ਨਹੀਂ ਹੋ ਰਿਹਾ। ਉਸ ਨੂੰ ਦੇਖ ਕੇ ਮੇਰਾ ਦਿਲ ਤੜਫ ਰਿਹਾ ਹੈ। ਮੈਂ ਕਿਹਾ ਕਿ ਮੈਨੂੰ ਬੁਖਾਰ ਸੀ। ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਕਦ ਰਸੋਈ ਵਿੱਚ ਚਲਾ ਗਿਆ। ਮੇਰੇ ਵੀ ਹੰਝੂ ਵਹਿ ਰਹੇ ਸਨ। ਪਵਨ ਕਹਿਣ ਲੱਗੇ ਕਿ ਮੈਂ ਅੱਜ ਰਾਤ ਹਸਪਤਾਲ ਵਿੱਚ ਹੀ ਰਹਾਂਗਾ, ਤੂੰ ਮੇਰਾ ਇੰਤਜ਼ਾਰ ਨਾ ਕਰੀਂ। ਮੈਂ ਕਿਹਾ ਕਿ ਸਵੇਰ ਤੱਕ ਬੰਟੀ ਨੂੰ ਰਾਹਤ ਮਿਲ ਜਾਵੇਗੀ, ਉਹ ਠੀਕ ਹੋ ਜਾਵੇਗਾ ਅਤੇ ਘਰ ਵਾਪਸ ਆ ਜਾਵੇਗਾ। ਮੈਂ ਉਸ ਦਾ ਬਹੁਤ ਖਿਆਲ ਰੱਖਾਂਗੀ ਤੇ ਹੁਣ ਉਸ ਨੂੰ ਕਦੇ ਰਸੋਈ ਵਿੱਚ ਨਹੀਂ ਜਾਣ ਦੇਵਾਂਗੀ। ਪਰ ਸਵੇਰੇ ਜਿਹੜੀ ਖਬਰ ਮੈਨੂੰ ਸੁਣਨ ਨੂੰ ਮਿਲੀ, ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਪਵਨ ਨੇ ਕਿਹਾ ਕਿ ਬੰਟੀ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਇਹ ਸੁਣ ਕੇ ਮੈਂ ਰੋਣ ਲੱਗੀ ਤੇ ਕਹਿਣ ਲੱਗੀ ਕਿ ਇਹ ਤੁਸੀਂ ਕੀ ਕਹਿ ਰਹੇ ਹੋ? ਥੋੜੀ ਜਿਹੀ ਅੱਗ ਹੀ ਤਾਂ ਲੱਗੀ ਸੀ, ਇਸ ਨਾਲ ਕਿੱਥੇ ਕੁਝ ਹੋ ਸਕਦਾ ਹੈ? ਉਹ ਕਿਵੇਂ ਮਰ ਸਕਦਾ ਹੈ? ਮੈਂ ਰੋਈ ਜਾ ਰਹੀ ਸੀ। ਰੋ ਤਾਂ ਪਵਨ ਵੀ ਰਹੇ ਸੀ। ਉਹ ਕਹਿਣ ਲੱਗੇ ਕਿ ਅੱਗ ਇਸ ਦੇ ਦਿਲ ਤੱਕ ਪਹੁੰਚ ਗਈ ਸੀ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਇਸ ਤੋਂ ਤਕਲੀਫ ਸਹੀ ਨਹੀਂ ਜਾ ਰਹੀ ਸੀ। ਪੂਰੀ ਰਾਤ ਮੇਰਾ ਭਾਈ ਤੜਫਦਾ ਹੀ ਰਿਹਾ। ਮੇਰਾ ਹੱਥ ਫੜ ਕੇ ਕਹਿੰਦਾ ਰਿਹਾ ਕਿ ਮੈਂ ਮਰਨਾ ਨਹੀਂ ਚਾਹੁੰਦਾ, ਮੈਂ ਜੀਣਾ ਚਾਹੁੰਦਾ ਹਾਂ, ਮੈਨੂੰ ਬਚਾ ਲਓ। ਹੁਣੇ ਤਾਂ ਮੈਨੂੰ ਭੈਣ ਵਰਗੀ ਭਾਬੀ ਮਿਲੀ ਹੈ ਪਰ ਉਹ ਜਾ ਚੁੱਕਿਆ ਸੀ। ਸਾਡੇ ਦੋਨਾਂ ਲਈ ਇਹ ਬਹੁਤ ਵੱਡਾ ਸਦਮਾ ਸੀ। ਮੈਨੂੰ ਘਰ ਵਿੱਚ ਅਕਸਰ ਬੰਟੀ ਦੀ ਭਾਬੀ ਭਾਬੀ ਪੁਕਾਰਨ ਦੀ ਆਵਾਜ਼ ਆਉਂਦੀ ਸੀ। ਮੈਂ ਭੱਜ ਕੇ ਜਦ ਉਸਦੇ ਕਮਰੇ ਵਿੱਚ ਜਾਂਦੀ ਤਾਂ ਮੈਂ ਖਾਲੀ ਕਮਰਾ ਦੇਖ ਕੇ ਰੋਣ ਲੱਗ ਜਾਂਦੀ। ਕਦੇ ਮੈਨੂੰ ਲੱਗਦਾ ਕਿ ਉਹ ਹੱਸ ਰਿਹਾ ਹੈ ਤੇ ਕਹਿੰਦਾ ਹੈ ਕਿ ਭਾਬੀ ਛੱਡ ਸਾਰੇ ਕੰਮ, ਮੇਰੇ ਕੋਲ ਆ ਕੇ ਬੈਠ ਜਾ, ਮੈਂ ਤੁਹਾਨੂੰ ਗਾਣੇ ਸੁਣਾਉਂਦਾ ਹਾਂ। ਕੁਝ ਮਹੀਨੇ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਸੀ। ਪਵਨ ਵੀ ਮੇਰਾ ਬਹੁਤ ਖਿਆਲ ਰੱਖਣ ਲੱਗੇ ਸਨ। ਮੈਂ ਇਹ ਸਾਰਾ ਵਕਤ ਵੀ ਬੰਟੀ ਦੀ ਯਾਦ ਵਿੱਚ ਰੋਂਦੇ ਹੋਏ ਹੀ ਗੁਜ਼ਾਰਿਆ ਸੀ। ਉਹ ਬਹੁਤ ਚੰਗਾ ਇਨਸਾਨ ਸੀ ਤੇ ਮੇਰਾ ਅਹਿਸਾਸ ਵੀ ਕਰਦਾ ਸੀ। ਮੈਂ ਇਹ ਸੋਚਦੀ ਰਹਿੰਦੀ ਕਿ ਕਾਸ਼ ਮੈਂ ਉੱਠ ਜਾਂਦੀ ਤੇ ਨਾਸ਼ਤਾ ਬਣਾ ਦਿੰਦੀ, ਪਰ ਜੋ ਹੋਣਾ ਹੁੰਦਾ ਹੈ ਉਸ ਨੂੰ ਕੌਣ ਰੋਕ ਸਕਦਾ ਹੈ। ਫਿਰ ਮੇਰੇ ਘਰ ਬੇਟਾ ਪੈਦਾ ਹੋਇਆ। ਮੈਂ ਕਿਹਾ ਕਿ ਆਪਾਂ ਇਸ ਦਾ ਨਾਮ ਬੰਟੀ ਹੀ ਰੱਖਾਂਗੇ। ਇਹ ਸੁਣ ਕੇ ਪਵਨ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸਨ। ਮੈਂ ਆਪਣੇ ਬੱਚੇ ਨੂੰ ਸੀਨੇ ਨਾਲ ਲਗਾ ਲਿਆ ਤੇ ਕਿਹਾ ਕਿ ਸਾਨੂੰ ਉੱਪਰ ਵਾਲੇ ਨੇ ਦੂਜਾ ਬੰਟੀ ਦੇ ਦਿੱਤਾ ਹੈ। ਹੁਣ ਇਹੀ ਸਾਡੇ ਦੁੱਖਾਂ ਨੂੰ ਭਰੇਗਾ ਤੇ ਬੰਟੀ ਦੀ ਯਾਦ ਨੂੰ ਪੂਰਾ ਕਰੇਗਾ। ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।